ਹੈਲੋ ਸਾਰਿਆਂ ਨੂੰ ਨਮਸਤੇ। ਓਮ ਸਾਈ ਰਾਮ। ਮੈਂ ਤੁਹਾਡੇ ਨਾਲ ਆਪਣੀ ਛੋਟੀ ਜਿਹੀ ਸਟੋਰੀ ਸ਼ੇਅਰ ਕਰਨੀ ਆ। ਠੀਕ ਆ, ਮੈਂ ਪਰਮਾਨੈਂਟ ਰੀਯੂਨੀਅਨ ਦੇ ਵਿੱਚ ਹਾਂ ਹੁਣ। ਠੀਕ ਆ, ਮੈਂ ਆਪਣੇ DM ਨੂੰ 2019 ਦੇ ਵਿੱਚ ਮਿਲੀ ਸੀ। ਇਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸਿਰਫ ਇਹ ਗੱਲ ਦੱਸਣਾ ਚਾਹੁੰਦੀ ਹਾਂ ਕਿ ਮੈਂ ਨਾ ਸ਼ੁਰੂ ਤੋਂ ਆਪਣੀ ਮੈਰਿਜ ਨੂੰ ਲੈ ਕੇ ਬਹੁਤ ਜ਼ਿਆਦਾ ਇਮੈਜੀਨੇਸ਼ਨ ਕੀਤਾ ਸੀਗਾ ਕਿ ਮੇਰੀ ਮੈਰਿਜ ਇੱਦਾਂ ਹੋਊ, ਮੇਰਾ ਲਾਈਫ ਪਾਰਟਨਰ ਉੱਦਾਂ ਹੋਊ, ਇੱਦਾਂ ਹੋਊ। ਬਹੁਤ ਹੀ ਜ਼ਿਆਦਾ ਇਮੈਜੀਨੇਸ਼ਨ ਸੀਗਾ ਹੈ ਨਾ। ਲਵ ਨੂੰ ਲੈ ਕੇ ਸ਼ੁਰੂ ਤੋਂ ਹੀ ਮੈਂ ਬਹੁਤ ਸੀ ਗਾਣੇ ਗੂਣੇ, ਮਤਲਬ ਜਿੱਦਾਂ ਦੀਦੀ ਕਹਿੰਦੇ ਆ, ਮੈਂ ਬਹੁਤ ਸੁਣਦੀ ਸੀਗੀ ਹੈ ਨਾ। ਅਤੇ ਡੇ ਡਰੀਮਿੰਗ ਬਹੁਤ ਕਰਦੀ ਸੀ। ਅਤੇ ਯਕੀਨ ਮੰਨਿਓ, ਮੇਰਾ ਲਾਈਫ ਪਾਰਟਨਰ, ਮੇਰੇ DM ਬਿਲਕੁਲ ਹੀ ਉੱਦਾਂ ਦੇ ਨੇ। ਚਲੋ ਠੀਕ ਆ, ਉਸ ਤੋਂ ਬਾਅਦ 2019 'ਚ ਅਸੀਂ ਮਿਲੇ ਹੈ ਨਾ। 2019 'ਚ ਮਿਲਣ ਤੋਂ ਬਾਅਦ ਜਦੋਂ ਅਸੀਂ ਮਿਲੇ, ਮੈਂ ਇੱਕ ਸੋਲਮੇਟ ਕਨੈਕਸ਼ਨ 'ਚ ਸੀ ਅਤੇ ਮੇਰੇ ਜਿਹੜੇ ਲਾਈਫ DM ਸੀ ਉਹ ਕਾਰਮਿਕ ਕਨੈਕਸ਼ਨ 'ਚ ਸੀਗੇ। ਠੀਕ ਆ, ਜਦੋਂ ਅਸੀਂ ਮਿਲੇ ਤਾਂ ਅਸੀਂ ਸਾਰੀ ਇੱਕ ਦੂਜੇ ਨਾਲ ਸਟੋਰੀ ਸ਼ੇਅਰ ਕੀਤੀ। ਪਰ ਮੈਨੂੰ ਸ਼ੁਰੂ ਤੋਂ ਇੱਦਾਂ ਲੱਗਦਾ ਸੀਗਾ ਕਿ ਮੇਰੇ ਅੰਦਰ ਮਤਲਬ ਇਹ ਸੀ ਕਿ ਮੈਂ ਕਿਸੇ ਨੂੰ ਲੱਭ ਰਹੀ ਹਾਂ ਹੈ ਨਾ, ਕੋਈ ਚੀਜ਼ ਜੋ ਇਨਕੰਪਲੀਟ ਆ ਮੇਰੇ ਅੰਦਰ। ਠੀਕ ਆ, ਤਾਂ ਫਿਰ ਮੈਂ ਜਦੋਂ ਆਪਣੇ DM ਨੂੰ ਮਿਲੇ ਤਾਂ ਉਹਨਾਂ ਨੂੰ ਦੇਖਦੇ ਹੀ ਮੈਨੂੰ ਲੱਗਿਆ ਸੀ ਕਿ ਮਤਲਬ ਹੀ ਇਜ਼ ਦਾ ਵਨ, ਕਿ ਇਹ ਸਿਰਫ ਮੇਰੇ ਲਈ ਹੀ ਬਣਿਆ। ਇੰਸਟੈਂਟਲੀ ਮੈਨੂੰ ਬਹੁਤ ਜ਼ਿਆਦਾ ਅਜੀਬ ਫੀਲ ਹੋਇਆ ਸੀ ਕਿ ਹਾਂ, ਮਤਲਬ ਇੱਦਾਂ ਦਾ ਮੈਨੂੰ ਅੱਜ ਤੱਕ ਲਾਈਫ 'ਚ ਕਿਸੇ ਨਾਲ ਨਹੀਂ ਹੋਇਆ। ਮੇਰੀ ਲਾਈਫ ਦੇ ਵਿੱਚ ਬਹੁਤ ਕਾਰਮਿਕ ਰਿਲੇਸ਼ਨਸ਼ਿਪ ਆਏ ਨੇ, ਬਹੁਤ ਕਾਰਮਿਕ ਲੋਕਾਂ ਨੇ ਮੈਨੂੰ ਬਹੁਤ ਚੀਟ ਕੀਤਾ। ਇਸ ਤੋਂ ਪਹਿਲਾਂ ਮੇਰੇ ਲਾਈਫ ਦੇ ਵਿੱਚ ਮੇਰੇ ਮੈਰਿਜ ਮਤਲਬ 2-3 ਰਿਸ਼ਤੇ ਟੁੱਟ ਚੁੱਕੇ ਸੀ। ਦੇਖ ਕੇ ਵੀ ਮੈਨੂੰ 2-3 ਵਾਰੀ ਮਤਲਬ ਛੱਡਤਾ ਸੀ, ਮਤਲਬ ਰਿਜੈਕਟ ਕਰਤਾ ਸੀਗਾ, ਸਿਰਫ ਬਿਕੋਜ਼ ਆਫ ਮੇਰੇ ਐਗਜ਼ਾਮ ਦੇ ਕਾਰਨ। ਠੀਕ ਆ, ਹਰ ਕੋਈ ਕਹਿੰਦਾ ਸੀ ਇਹ ਐਗਜ਼ਾਮ ਕਲੀਅਰ ਹੋ ਨਹੀਂ ਹੈਗਾ, ਮਤਲਬ ਐਗਜ਼ਾਮ ਕਲੀਅਰ ਕਰ ਲਵੇ ਫਿਰ ਅਸੀਂ ਮੈਰਿਜ ਲਈ ਹਾਂ ਕਰ ਦਾਂਗੇ ਹੈ ਨਾ। ਤਾਂ ਕਈ ਥਾਵੇਂ ਮੈਂ ਖੁਦ ਵੀ ਮਨਾ ਕਰਤਾ। ਚਲੋ 2019 'ਚ ਮੈਂ ਆਪਣੇ DM ਨੂੰ ਮਿਲੀ, ਅਸੀਂ ਸ਼ੇਅਰ ਕੀਤਾ ਇੱਕ ਦੂਜੇ ਨਾਲ ਸਾਰਾ ਕੁਛ ਹੈ ਨਾ। ਉਹਨਾਂ ਨੇ ਆਪਣੇ ਰਿਲੇਸ਼ਨ ਬਾਰੇ ਦੱਸਿਆ, ਮੈਂ ਉਹਨਾਂ ਨੂੰ ਆਪਣੇ ਰਿਲੇਸ਼ਨ ਬਾਰੇ ਦੱਸਿਆ ਹੈ ਨਾ। ਅਤੇ ਮੈਂ ਜਿਹੜੀ ਛੋਟੀ ਹੁੰਦੀ, ਮੈਂ ਨਾ ਮਤਲਬ ਜਦੋਂ ਮੈਂ ਨਰਸਿੰਗ ਕਰਦੀ ਸੀ, ਮੈਂ ਆਪਣੀ ਭੂਆ ਜੀ ਕੋਲ ਰਹਿੰਦੀ ਸੀ ਅਤੇ ਮੇਰੇ DM ਵੀ ਉੱਥੇ ਹੀ ਰਹਿੰਦੇ ਸੀ। ਉਹਨਾਂ ਦੇ ਉੱਥੇ ਨਾਨਕੇ ਆ ਅਤੇ ਮੇਰੀ ਭੂਆ ਉੱਥੇ ਹੈ ਨਾ। ਅਤੇ ਉਹ ਉਸ ਪਲੇਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਅਤੇ ਮੈਂ ਵੀ ਉਸ ਪਲੇਸ ਨੂੰ ਬਹੁਤ ਪਿਆਰ ਕਰਦੀ ਹਾਂ, ਕਿਉਂਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਸਾਰੇ ਜਾਣਦੇ। ਉਹਨਾਂ ਨੇ ਮਤਲਬ ਆਪਣੀ ਲਾਈਫ ਸੈਕਰੀਫਾਈਸ ਕੀਤੀ ਸੀਗੀ ਆਪਣੀ ਆਜ਼ਾਦੀ ਲਈ ਹੈ ਨਾ, ਆਪਣੀ ਕੰਟਰੀ ਦੀ ਆਜ਼ਾਦੀ ਲਈ, ਬਹੁਤ ਛੋਟੀ ਉਮਰ 'ਚ। ਅਤੇ ਮੈਂ ਉਹਨਾਂ ਨੂੰ ਬਹੁਤ ਮੰਨਦੀ ਹਾਂ ਅਤੇ ਉਹ ਵੀ ਹੁੰਦੇ ਆ। ਅਸੀਂ ਦੋਵੇਂ ਨਿੱਕੇ ਹੁੰਦੇ ਵੀ ਇੱਕੋ ਹੀ ਪਲੇਸ ਉੱਤੇ ਖੇਡਦੇ ਸੀ, ਪਰ ਸਾਨੂੰ ਦੋਨਾਂ ਨੂੰ ਨਹੀਂ ਪਤਾ ਸੀਗਾ ਕਿ ਅਸੀਂ ਦੋਨੇ ਇੱਕੋ ਹੀ ਪਲੇਸ 'ਤੇ ਸੀ। ਉਹ ਸਭ ਬਾਅਦ ਵਿੱਚ ਮਤਲਬ ਪਤਾ ਲੱਗਿਆ। ਸ਼ੁਰੂ ਤੋਂ 11 ਮੈਨੂੰ ਬਹੁਤ ਦਿਖਦਾ ਸੀਗਾ। ਠੀਕ ਆ, ਅਤੇ ਯੂਨੀਵਰਸ ਵੱਲੋਂ ਮੈਨੂੰ ਬਹੁਤ ਸਾਇੰਸ ਮਿਲਦੇ ਸੀਗੇ। ਠੀਕ ਆ, ਬਾਕੀ ਸਾਡੀਆਂ ਹੈਬਿਟਸ ਸਾਰੀਆਂ ਹੀ ਸੇਮ ਨੇ। ਠੀਕ ਆ, ਸਾਡਾ ਡੇਟ ਆਫ ਬਰਥ, ਮਤਲਬ ਮੇਰਾ ਜਿਹੜਾ ਡੇਟ ਹੈਗਾ, ਡੇਟ ਟਾਈਮ ਆ ਉਹ 3:30 ਵਜੇ ਆ ਸ਼ਾਮ ਦੇ, ਅਤੇ ਮੇਰੇ DM ਦਾ ਡੇਟ ਵੀ 3:30 ਵਜੇ ਆ ਸ਼ਾਮ ਦੇ। ਸਾਡਾ ਬਰਥ ਟਾਈਮ ਸੇਮ ਆ ਦੋਨਾਂ ਦਾ। ਠੀਕ ਆ, ਅਤੇ ਬਾਕੀ ਸਾਡਾ ਸਬਕੌਂਸ਼ੀਅਸਲੀ ਮਾਈਂਡ ਬਹੁਤ ਜ਼ਿਆਦਾ ਮਿਲਦਾ ਵਾ। ਜੇ ਚੀਜ਼ ਮੈਂ ਸੋਚ ਲਈ ਉਹ ਮਤਲਬ ਸੇਮ ਚੀਜ਼ ਮਿਰਰ ਕਰਦੇ ਆ। ਠੀਕ ਆ, ਤਾਂ ਬਹੁਤ ਹੀ ਜ਼ਿਆਦਾ ਮਤਲਬ ਸਿਮਲੈਰਿਟੀਜ਼ ਨੇ, ਹੈਬਿਟਸ ਬਹੁਤ ਸੇਮ ਨੇ। ਜਿੱਦਾਂ ਦੇ ਲਾਈਫ ਪਾਰਟਨਰ ਉਹ ਕਹਿੰਦੇ ਮੈਂ ਚਾਹੁੰਦਾ ਸੀ, ਉਹ ਸਾਰੀਆਂ ਹੀ ਹੈਬਿਟਸ ਤੇਰੇ 'ਚ ਨੇਗੀਆਂ, ਅਤੇ ਜਿੱਦਾਂ ਦੀ ਮੈਂ ਚਾਹੁੰਦੀ ਸੀ ਸਾਰੀਆਂ ਹੀ ਉਹਨਾਂ 'ਚ ਨੇ। ਠੀਕ ਆ, ਹੁਣ ਇੱਦਾਂ ਲੱਗਦਾ ਹੀ ਨਹੀਂ ਵੀ ਹਾਂ ਕੋਈ ਚੀਜ਼ ਮਿਸਿੰਗ ਆ। ਮੈਨੂੰ ਕਦੇ ਲੱਗਿਆ ਹੀ ਨਹੀਂ ਕਿ ਇਸ ਤੋਂ ਵੱਧ ਮੈਨੂੰ ਕੋਈ ਕਿਸੇ ਚੀਜ਼ ਦੀ ਲੋੜ ਆ। ਠੀਕ ਆ, ਇੱਦਾਂ ਲੱਗਦਾ ਬਸ ਇੱਥੇ ਆ ਕਿ ਜ਼ਿੰਦਗੀ ਠੀਕ ਆ, ਬਸ ਹੁਣ ਤਾਂ ਇਹੀ ਨੇ ਮਤਲਬ। ਚਲੋ 2019 'ਚ ਮਿਲੇ, ਬੈਸਟ ਫਰੈਂਡ ਬਣ ਗਏ ਹੈ ਨਾ। 2000 ਬੈਸਟ ਫਰੈਂਡ ਬਣਨ ਤੋਂ ਬਾਅਦ ਹੋਇਆ ਤਾਂ ਬਹੁਤ ਕੁਛ, ਬਟ ਮੈਂ ਤੁਹਾਡੇ ਨਾਲ ਮਤਲਬ ਥੋੜ੍ਹਾ ਹੀ ਸ਼ੇਅਰ ਕਰੂੰਗੀ ਕਿਉਂਕਿ ਕਹਾਣੀ ਬਹੁਤ ਲੰਬੀ ਚਲੀ ਜਾਣੀ ਆ। ਚਲੋ ਅਸੀਂ ਮਿਲੇ। ਠੀਕ ਆ, ਮੇਰੇ DM ਨੇ ਘਰੇ ਗੱਲ ਕਰ ਲਈ, ਸਾਡੀ ਫਰੈਂਡਸ਼ਿਪ ਹੋ ਗਈ। ਬਲੌਕ ਅਨਬਲੌਕ ਤਾਂ ਚੱਲਦਾ ਹੀ ਰਹਿੰਦਾ ਸੀ ਸਾਡਾ। ਠੀਕ ਆ, ਪਰ ਮੈਨੂੰ ਪਤਾ ਸੀ ਕਿ ਮੈਂ ਇੱਕ ਟਵਿਨ ਫਲੇਮ ਦਾ ਜਿਹੜਾ ਪਾਰਟ ਆ ਉਹ ਮੈਨੂੰ ਸੈਪਰੇਸ਼ਨ ਤੋਂ ਬਾਅਦ ਪਤਾ ਲੱਗਿਆ। ਚਲੋ ਗੱਲ ਹੋਈ ਤਾਂ ਮੈਂ ਨਾ ਉਹਨਾਂ ਨੂੰ ਝੂਠ ਬੋਲਤਾ ਕਿ ਮੇਰਾ ਐਗਜ਼ਾਮ ਕਲੀਅਰ ਹੋ ਗਿਆ। ਮੈਨੂੰ ਇੱਦਾਂ ਲੱਗਦਾ ਸੀ ਕਿ ਸ਼ਾਇਦ ਇਹ ਵੀ ਮੇਰੇ ਨਾਲ ਤਾਂ ਹੀ ਮੈਰਿਜ ਕਰਾਉਣਗੇ, ਇਹਨਾਂ ਨੂੰ ਵੀ ਬਸ ਐਗਜ਼ਾਮ ਤੱਕ ਹੀ ਮਤਲਬ ਹੈਗਾ ਵੀ ਹਾਂ ਐਗਜ਼ਾਮ ਕਲੀਅਰ ਹੈ, ਮੈਨੂੰ ਫੋਰਨ ਲੈ ਜਾਊਗੀ, ਦੈਨ ਹੀ ਮੈਂ ਇਹਦੇ ਨਾਲ ਮੈਰਿਜ ਕਰਾਉਣੀ ਆ। ਠੀਕ ਆ, ਬਟ ਮੈਂ ਫੋਰਨ ਜਾਣ ਦਾ ਸੁਪਨਾ ਮੇਰਾ ਵਾ ਸ਼ੁਰੂ ਤੋਂ, ਬਚਪਨ ਤੋਂ ਲੈ ਕੇ ਮੇਰਾ ਇਹ ਸੁਪਨਾ ਸੀਗਾ ਕਿ ਮੈਂ ਫੋਰਨ ਜਾ ਕੇ ਸੈਟਲ ਹੋਣਾ ਵਾ। ਠੀਕ ਆ, ਮੇਰੇ ਪਾਪਾ ਵੀ ਸ਼ੁਰੂ ਤੋਂ ਚਾਹੁੰਦੇ ਸੀ ਕਿ ਮੈਂ ਫੋਰਨ ਜਾ ਕੇ ਸੈਟਲਡ ਹੋਵਾਂ। ਚਲੋ ਦਸੰਬਰ ਦੇ ਵਿੱਚ ਮਤਲਬ ਕਿ ਲਾਸਟ ਸਤੰਬਰ ਸਾਡਾ ਰੋਕਾ ਫਿਕਸ ਹੋ ਗਿਆ। ਜਦੋਂ ਮੈਂ ਆਪਣੇ DM ਨੂੰ ਦੱਸਿਆ ਵੀ ਇੱਦਾਂ ਮੈਂ ਤੁਹਾਨੂੰ ਝੂਠ ਬੋਲਤਾ, ਤਾਂ ਉਹਨਾਂ ਨੇ ਰੋਕਾ ਬ੍ਰੇਕਅਪ ਕਰਤਾ। ਕਹਿੰਦੇ ਮੈਂ ਨਹੀਂ ਤੇਰੇ ਨਾਲ ਮਤਲਬ ਮੈਰਿਜ ਕਰਵਾਉਣੀ ਹੈਗੀ ਹੈ ਨਾ, ਕਿ ਤੂੰ ਪਹਿਲਾਂ ਹੀ ਐਡਾ ਝੂਠ ਬੋਲਿਆ। ਉੱਦਾਂ ਦੇ ਘਰਦਿਆਂ ਨੇ ਉਹਨਾਂ ਨੂੰ ਸਮਝਾਇਆ ਕਿ ਇੱਦਾਂ ਨਹੀਂ ਹੁੰਦਾ, ਇੱਕ ਐਗਜ਼ਾਮ ਹੀ ਤਾਂ ਹੈਗਾ ਵਾ, ਕੋਈ ਗੱਲ ਨਹੀਂ ਰਿਪੀਟ ਕਰ ਦੂਗੀ। ਠੀਕ ਆ, ਬਟ ਉਹ ਨਹੀਂ ਮੰਨੇ। ਮੈਂ ਬਹੁਤ ਜ਼ਿਆਦਾ ਰੋਈ, ਮੇਰੇ ਘਰ ਦੇ ਬਹੁਤ ਜ਼ਿਆਦਾ ਮਤਲਬ ਮੈਨੂੰ ਸੰਭਾਲਿਆ ਬਹੁਤ ਔਖਾ ਘਰਦਿਆਂ ਨੇ ਨਾ। ਮੈਂ ਮੈਂ ਬਾਬਾ ਨਾਨਕ ਦੀ ਫੋਟੋ ਅੱਗੇ ਬੈਠ ਕੇ ਮੈਂ ਕੰਧ ਵਿੱਚ ਸਿਰ ਮਾਰੇ ਸੀ। ਮੈਨੂੰ ਅੱਜ ਵੀ ਜ਼ਿਆਦਾ ਮਤਲਬ ਮੈਂ
ਇੰਨੇ ਜ਼ਿਆਦਾ ਸਿਰ ਮਾਰੇ ਸੀ ਕੰਧ 'ਤੇ, ਮੇਰਾ ਸਿਰ ਸੁੱਜ ਗਿਆ ਸੀ, ਮੱਥਾ ਮਤਲਬ ਮੈਂ ਧਰਤੀ 'ਤੇ ਵੀ ਮਾਰਿਆ ਸੀ। ਮੈਨੂੰ ਯਾਦ ਆ ਮੈਂ ਇੰਨਾ ਮਤਲਬ ਵਾਲ ਫੜ ਫੜ ਕੇ ਆਪਦੇ ਕਿ ਮੈਂ ਕਿਸੇ ਦਾ ਕੀ ਮਾੜਾ ਕੀਤਾ, ਜਦ ਕਿ ਮੇਰੀ ਹਰ ਵਾਰੀ ਮੇਰੀ ਮੈਰਿਜ ਹੀ ਦੇ ਕਿਉਂ ਟੁੱਟਦੀ ਆ, ਹਰ ਵਾਰੀ ਮੇਰੀ ਗੱਲ ਐਂਡ 'ਤੇ ਜਾ ਕੇ ਕਿਉਂ ਮਤਲਬ ਖ਼ਤਮ ਹੋ ਜਾਂਦੀ ਆ। ਮਤਲਬ ਇਹ ਤਾਂ ਉਹ ਪਰਸਨ ਸੀਗਾ ਜਿਹਦੇ ਤੋਂ ਬਿਨਾਂ ਮੈਨੂੰ ਲੱਗਦਾ ਸੀ ਮੈਂ ਜੀ ਹੀ ਨਹੀਂ ਪਾਊਂਗੀ। ਮਤਲਬ ਉਹ ਤਾਂ ਇੰਨੀ ਜ਼ਿਆਦਾ ਮੈਂ ਅਤੇ ਉਹਦੇ ਦੇ ਵਿੱਚ ਤਾਂ ਇੱਦਾਂ ਦਾ ਰਿਲੇਸ਼ਨ ਸੀ, ਕਿਤੇ ਲੱਗਦਾ ਹੀ ਨਹੀਂ ਸੀ ਵੀ ਨਾ ਟੁੱਟ ਜੂਗਾ। ਤੁਸੀਂ ਯਕੀਨ ਮੰਨਿਓ, ਸੈਪਰੇਸ਼ਨ ਤੋਂ ਬਾਅਦ ਮੈਨੂੰ ਇੱਕ ਵੀ ਦਿਨ ਇਹ ਨਹੀਂ ਫੀਲ ਹੋਇਆ ਕਿ ਇਹ ਰਿਸ਼ਤਾ ਖ਼ਤਮ ਹੋ ਗਿਆ। ਮੈਨੂੰ ਹਮੇਸ਼ਾ ਇਹ ਲੱਗਦਾ ਸੀ ਕਿ ਇਹ ਰਿਸ਼ਤੇ ਨੂੰ ਕੋਈ ਖ਼ਤਮ ਹੀ ਨਹੀਂ ਕਰ ਸਕਦਾ, ਠੀਕ ਆ। ਫਿਰ ਮੈਨੂੰ ਪਤਾ ਲੱਗਿਆ ਕਿ ਮੈਂ ਇੱਕ ਟਵਿਨ ਫਲੇਮ ਦਾ ਪਾਰਟ ਹਾਂ, ਠੀਕ ਆ। ਦੀਦੀ ਦੀ ਗਾਈਡੈਂਸ ਜਿੱਦਾਂ ਜਿੱਦਾਂ ਮੈਂ ਸੁਣੀ ਗਈ, ਮੈਨੂੰ ਪਤਾ ਲੱਗਿਆ, ਮੈਂ ਹੀਲਿੰਗ ਕਰੀ ਗਈ, ਠੀਕ ਆ। ਪਰ ਮੈਂ ਤੁਹਾਨੂੰ ਜ਼ਿਆਦਾ ਮਤਲਬ ਹੀਲਿੰਗ ਮੈਂ ਜ਼ਿਆਦਾ ਮਿਰਰ ਐਕਸਰਸਾਈਜ਼ ਕੀਤੀ ਸੀਗੀ, ਉਹ ਵੀ ਇੱਕ ਇੰਗਲਿਸ਼ ਉਹ ਤੋਂ ਫੋਲੋ ਕੀਤੀ ਸੀਗੀ ਚੈਨਲ ਤੋਂ, ਸ਼ੈਫ ਐਂਡ ਸ਼ੈਲੀ ਕੁਛ ਨਾਮ ਕਰਕੇ, ਮੈਂ ਉਹਨਾਂ ਦੀ ਫੋਲੋ ਕੀਤੀ ਸੀਗੀ, ਠੀਕ ਆ। ਮੈਂ ਉਹਦੇ ਨਾਲ ਆਪਣੇ ਸਾਰੇ ਪਾਸਟ ਜਿਹੜੇ ਸੀਗੇ ਉਹ ਹੀਲ ਕੀਤੇ ਸੀਗੇ, ਪਾਸਟ ਇਸ਼ੂ ਮਿਰਰ ਐਕਸਰਸਾਈਜ਼ ਕਰਕੇ। ਜਿੱਦਾਂ ਉਹਨਾਂ ਨੇ ਮਤਲਬ ਇੱਕ ਚੈਨਲ ਸੀਗਾ, ਮੈਂ ਉੱਥੋਂ ਦੇਖਿਆ ਸੀ, ਉਹਨਾਂ ਨੇ ਬਹੁਤ ਵਧੀਆ ਗਾਈਡ ਕੀਤਾ ਸੀਗਾ, ਇੰਗਲਿਸ਼ ਚੈਨਲ ਸੀਗਾ, ਤਾਂ ਮੈਂ ਉੱਥੋਂ ਕੀਤਾ ਸੀ ਉਹ ਵਾਲੀ ਹੈ ਨਾ ਮਿਰਰ ਐਕਸਰਸਾਈਜ਼। ਮੈਨੂੰ ਸਮਝ ਨਹੀਂ ਆ ਰਹੀ ਸੀ ਐਕਚੁਅਲੀ ਕਿੱਦਾਂ ਕਰਨੀ, ਬਟ ਉੱਥੋਂ ਸ਼ੈਫ ਐਂਡ ਸ਼ੈਲੀ ਦੇ ਉਹ ਸੁਣ ਕੇ ਮੈਨੂੰ ਤਾਂ ਸਮਝ ਆ ਗਈ ਕਿ ਕਿੱਦਾਂ ਕਰਨੀ ਹੈ ਨਾ। ਅਤੇ ਬਾਕੀ ਮੈਂ ਜਪਜੀ ਸਾਹਿਬ ਦਾ ਪਾਠ ਸੁਣਦੀ ਸੀ, ਗੁਰਦੁਆਰੇ ਜਾਂਦੀ ਸੀ। ਚਲੋ 2-3 ਮਹੀਨੇ ਮਤਲਬ ਚੱਲਦਾ ਰਿਹਾ। ਮੈਂ ਲਿਖੇ ਸਾਰੇ ਜਿਹੜੇ ਇਸ਼ੂ ਸੀ ਵੀ ਮੈਂ ਕਿੱਥੇ ਕਿਹੜੀ ਮੇਰੀ ਗਲਤੀ ਹੋਈ, ਕਿੰਨਾ ਲੋਕਾਂ ਨੇ ਮੈਂ ਕੀਤੀ ਜਾਂ, ਠੀਕ ਆ, ਜੋ ਸਭ ਮੈਂ ਮਿਰਰ ਐਕਸਰਸਾਈਜ਼ ਨਾਲ। ਅਤੇ ਮੈਂ ਹੈ ਨਾ ਇੱਕ ਚੀਜ਼ ਹੋਰ, ਇੱਕ ਸ਼ਿਵਾਨੀ ਉਹ ਆਉਂਦੀ ਆ BK ਸ਼ਿਵਾਨੀ, ਉਹਨਾਂ ਨੂੰ ਮੈਂ ਸੁਣਦੀ ਹੁੰਦੀ ਸੀ ਬਹੁਤ। ਉਹ ਦੱਸਦੇ ਹੁੰਦੇ ਸੀ ਕਿ ਆਪਣਾ ਕਾਰਮਿਕ ਅਕਾਊਂਟ ਕਿੱਦਾਂ ਕਲੀਅਰ ਕਰਨਾ। ਜਿੱਦਾਂ ਮੋਰਨਿੰਗ 'ਚ ਬੈਠਦੀ ਸੀ ਮੈਂ, ਮਤਲਬ ਹੈ ਨਾ ਅੱਖਾਂ ਬੰਦ ਕਰਦੀ ਸੀ, ਉਹ ਪਰਸਨ ਤੋਂ ਜਿਹਦੇ ਨਾਲ ਮੈਂ ਬੁਰਾ ਕੀਤਾ ਜਾਂ ਜਿਹਨੇ ਮੇਰੇ ਨਾਲ, ਮੈਂ ਉਹ ਕਹਿੰਦੀ ਸੀ ਕਿ ਮੈਂ ਮਾफ़ ਕਰਤਾ ਤੈਨੂੰ, ਇੱਦਾਂ ਮਤਲਬ ਉਹ ਵੀ ਮੈਂ ਬਹੁਤ ਕੀਤਾ ਉਹਨਾਂ ਨੂੰ ਦੇਖ ਕੇ। ਅਤੇ ਗੋਡ ਅੱਗੇ ਵੀ ਅਗਰਬੱਤੀ ਵਗੈਰਾ ਮੈਂ ਆਪਣਾ ਰੂਮ ਨੂੰ ਬਹੁਤ ਕਲੀਨ ਰੱਖਦੀ ਸੀ, ਕਪੂਰ ਬਹੁਤ ਜਗਾਉਂਦੀ ਸੀ ਆਪਣੇ ਰੂਮ ਦੇ ਵਿੱਚ, ਹੈ ਨਾ। ਚਲੋ 3 ਮਹੀਨੇ ਬਾਅਦ ਮੇਰੇ DM ਨੇ ਮੈਨੂੰ ਅਨਬਲੌਕ ਕਰਤਾ। ਅਨਬਲੌਕ ਕੀਤਾ, ਸਾਡੇ 'ਚ ਗੱਲ ਹੋਣ ਲੱਗ ਗਈ ਦੁਬਾਰਾ ਤੋਂ। ਗੱਲ ਹੁੰਦੀ ਸੀ, ਮੈਨੂੰ ਪਿਆਰ ਉਹ ਸ਼ੁਰੂ ਤੋਂ ਬਹੁਤ ਕਰਦੇ ਸੀ, ਲੋਇਲ ਬਹੁਤ ਜ਼ਿਆਦਾ ਸੀਗਾ, ਠੀਕ ਆ। ਲੋਇਲ ਹੱਦੋਂ ਵੱਧ ਕੇ ਸੀਗੇ। ਪਰ ਮੇਰੇ ਵਿੱਚ ਜਦੋਂ ਸਾਡਾ ਰਿਸ਼ਤਾ ਟੁੱਟਿਆ ਉਦੋਂ ਬਾਅਦ ਉਹ ਥੋੜ੍ਹੀ ਡਰਿੰਕ ਕਰਨ ਲੱਗ ਗਏ ਸੀਗੇ, ਠੀਕ ਆ। ਅਤੇ ਇੱਕ ਉਹਨਾਂ ਦਾ ਜਿਹੜੀ ਮਤਲਬ ਪਹਿਲਾਂ ਕਾਰਮਿਕ ਰਿਲੇਸ਼ਨ ਸੀਗਾ ਹੈ ਨਾ, ਉਹਦੇ ਕਰਕੇ ਵੀ ਉਹ ਬਹੁਤ ਜ਼ਿਆਦਾ ਡਿਪਰੈਸ ਸੀਗੇ ਕਿ ਦੁਬਾਰਾ ਫਿਰ ਉੱਦਾਂ ਹੀ ਹੋ ਗਿਆ, ਹੈ ਨਾ। ਅਤੇ ਚਲੋ ਹੁੰਦਾ ਹਵਾਂਦਾ, ਹੈ ਨਾ। ਅਤੇ ਜਦੋਂ ਅਸੀਂ ਫਿਰ ਮਿਲੇ ਦੁਬਾਰਾ ਤਾਂ ਮੈਂ ਮਤਲਬ ਗੱਲਾਂ ਗੁੱਲਾਂ ਮਤਲਬ ਸਾਡੀਆਂ ਹੁਣ ਫਿਰ ਸੇਮ ਪੈਟਰਨ ਚੱਲਦਾ ਸੀ, ਬਲੌਕ ਅਨਬਲੌਕ। ਉਹ ਮੈਨੂੰ ਨਿਊ ਮੂਨ ਫੁੱਲ ਮੂਨ 'ਤੇ ਮੈਸੇਜ ਕਰ ਲੈਂਦੇ ਸੀ, ਹਫ਼ਤੇ ਤੋਂ ਬਾਅਦ ਮੈਸੇਜ ਕਰ ਲੈਂਦੇ ਸੀ। ਹਫ਼ਤੇ ਤੋਂ ਜ਼ਿਆਦਾ ਸਾਡੇ 'ਚ ਗੈਪ ਨਹੀਂ ਪੈਂਦਾ ਸੀ, ਆਲਮੋਸਟ ਹਫ਼ਤੇ ਬਾਅਦ ਕਰ ਲੈਂਦੇ ਸੀ, ਹਫ਼ਤਾ ਮੈਨੂੰ ਬਲੌਕ ਕਰ ਦਿੰਦੇ ਸੀ। ਉਹਨਾਂ ਨੂੰ ਇੰਟੀਮੇਸੀ ਦੀ ਬਹੁਤ ਪ੍ਰੋਬਲਮ ਹੁੰਦੀ ਸੀ, ਠੀਕ ਆ। ਅਤੇ ਮੈਂ ਮਨਾ ਕਰਨ ਲੱਗ ਗਈ ਫਿਰ, ਠੀਕ ਆ, ਕਿ ਨਹੀਂ ਜਦੋਂ ਮੈਰਿਜ ਹੀ ਨਹੀਂ ਹੋਣੀ ਫਿਰ ਤੁਸੀਂ ਮੇਰੇ ਨਾਲ ਕਿਉਂ ਮਤਲਬ ਇੱਦਾਂ ਉਹ ਕਰ ਰਹੇ ਹੋ। ਮੈਂ ਨਾ ਦੀਦੀ ਦੀ ਇੱਕ ਵੀਡੀਓ ਸੁਣੀ ਸੀ ਕਿ ਤੁਸੀਂ ਜਿੰਨੀ ਮਰਜ਼ੀ ਹੀਲਿੰਗ ਕਰ ਲਓ, ਹੀਲਿੰਗ ਤੁਹਾਨੂੰ ਸਟਰੈਂਥ ਦਿੰਦੀ ਹੈ, ਬਟ ਐਕਸ਼ਨ ਤੁਸੀਂ ਖੁਦ ਲੈਣਾ ਵਾ। ਉਹ ਸੁਣ ਕੇ ਮੇਰੇ 'ਚ ਬਹੁਤ ਪਾਵਰ ਆਈ, ਕਿਉਂਕਿ ਮੈਂ ਬੋਲਦੀ ਨਹੀਂ ਸੀ, ਠੀਕ ਆ। ਮੇਰੇ 'ਚ ਇਸ਼ੂ ਕੀ ਸੀ, ਫੀਅਰ ਬਹੁਤ ਸੀਗਾ, ਜਿਹਦੇ ਕਰਕੇ ਮੇਰਾ ਰਿਸ਼ਤਾ ਟੁੱਟਿਆ ਮੇਰੇ DM ਨਾਲ। ਮੈਨੂੰ ਇੱਦਾਂ ਲੱਗਦਾ ਸੀ ਕਿ ਇਹ ਵੀ ਮੇਰੇ ਨਾਲ ਐਗਜ਼ਾਮ ਕਰਕੇ ਜੁੜੇ, ਇਹਨਾਂ ਨੇ ਵੀ ਛੱਡ ਦੇਣਾ। ਸੇਮ ਹੋਇਆ, ਮੂਵ ਔਨ ਦਾ ਇਸ਼ੂ ਸੀਗਾ, ਠੀਕ ਆ। ਜੈਲਸੀ ਇਸ਼ੂ ਸੀ, ਟਰਸਟ ਇਸ਼ੂ, ਬਹੁਤ ਇਹ ਚੀਜ਼ਾਂ ਮੇਰੇ 'ਚ ਬਹੁਤ ਸੀਗੀਆਂ, ਠੀਕ ਆ। ਚਲੋ ਮੈਂ ਹੀਲ ਕੀਤੀਆਂ ਮਿਰਰ ਐਕਸਰਸਾਈਜ਼ ਨਾਲ, ਠੀਕ ਆ। ਅਤੇ ਮੈਂ ਫਿਰ ਮਤਲਬ ਕਿ ਜਦੋਂ ਉਹਨਾਂ ਨੇ ਮੈਨੂੰ ਅਨਬਲੌਕ ਕੀਤਾ ਤਾਂ ਅਸੀਂ ਮਤਲਬ ਗੱਲ ਗੁੱਲ ਕਰਦੇ ਰਹੇ। ਮੈਂ ਆਪਣੀ ਸਟੱਡੀ ਦੀ ਪ੍ਰੈਪਰੇਸ਼ਨ ਕਰਦੀ ਸੀ, ਚਲੋ ਮੇਰੀ ਚੱਲਦੀ ਰਹੀ। ਮੈਨੂੰ ਯਾਦ ਆ ਫਿਰ ਮੇਰੇ ਨਾ ਮੰਮਾ ਦੀ ਡੈਥ ਹੋ ਗਈ ਦਸੰਬਰ 'ਚ, ਆਹ ਵਾਲੇ ਦਸੰਬਰ 'ਚ 4-5 ਮਹੀਨੇ ਹੋ ਗਏ ਉਹਨਾਂ ਨੇ ਸੁਸਾਈਡ ਕਰ ਲਿਆ। ਸਾਡੇ ਘਰ 'ਚ ਬਹੁਤ ਜ਼ਿਆਦਾ ਲੜਾਈ ਰਹਿੰਦੀ ਸੀਗੀ, ਪਾਪਾ ਮੰਮਾ ਦੀ, ਭਾਬੀ ਦੀ, ਹੈ ਨਾ। ਤਾਂ ਉਹਨਾਂ ਨੇ ਸੁਸਾਈਡ ਕਰ ਲਿਆ। ਤਾਂ ਮੈਂ ਉਦੋਂ PG ਸੀਗੀ ਜਦੋਂ ਮੈਨੂੰ ਮਤਲਬ ਪਤਾ ਲੱਗਿਆ, ਹੈ ਨਾ, ਕਿ ਮੰਮਾ ਨੇ ਸੁਸਾਈਡ ਕਰ ਲਿਆ। ਤਾਂ ਮੈਂ ਘਰ ਆਈ ਤਾਂ ਮੈਂ ਸਾਰੇ ਘਰਦਿਆਂ ਨੂੰ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਸੰਭਾਲਿਆ। ਮੇਰੇ DM ਨੇ ਦੇਖਿਆ ਵੀ ਇੱਕ ਕੁੜੀ ਹੋ ਕੇ, ਹੈ ਨਾ, ਇਹਨੇ ਘਰਦਿਆਂ ਨੂੰ ਕਿੰਨੀ ਚੰਗੀ ਤਰ੍ਹਾਂ ਸੰਭਾਲਿਆ, ਵੀ ਇੱਕ ਕੁੜੀ ਕਿੱਦਾਂ, ਵੀ ਇੱਕ ਮੁੰਡਾ ਨਹੀਂ ਇੰਨਾ ਤਾਂ ਸੰਭਾਲ ਸਕਦਾ, ਐਡੀ ਵੱਡੀ ਗੱਲ ਹੋ ਜਾਏ, ਇੱਕ ਕੁੜੀ ਹੋ ਕੇ ਕਿਵੇਂ ਸੰਭਾਲ ਰਹੀ। ਉਹਨਾਂ ਨੇ ਸਭ ਕੁਛ ਨੋਟਿਸ ਕੀਤਾ, ਹੈ ਨਾ, ਵੀ ਮੈਨੂੰ ਉਹਨਾਂ ਨੇ ਸੰਭਾਲਿਆ ਉਸ ਟਾਈਮ। ਮੈਂ ਟੱਚਵੁੱਡ ਉਸ ਟਾਈਮ ਉਹਨਾਂ ਨੇ ਮੈਨੂੰ ਇੰਨਾ ਜ਼ਿਆਦਾ ਸੰਭਾਲਿਆ। ਡੇਲੀ ਫੋਨ 'ਤੇ ਹੀ ਸੌਂਦੀ ਸੀ ਮੈਂ, ਜੇ ਮੈਂ ਕਿਸੇ ਕੋਲ ਰੋਂਦੀ ਵੀ ਸੀ ਤਾਂ ਸਿਰਫ ਉਹ ਸੀ, ਬਾਕੀ ਮੈਂ ਬਹੁਤ ਸੰਭਾਲਿਆ ਆਪਦੇ ਘਰਦਿਆਂ ਨੂੰ, ਹੈ ਨਾ। ਅਤੇ ਚਲੋ ਦਸੰਬਰ ਨਿਕਲ ਗਿਆ, ਠੀਕ ਆ।
ਉਸ ਤੋਂ ਬਾਅਦ ਮੈਂ ਇੱਕ ਦਿਨ ਫਿਰ ਸਾਡਾ ਉਹੀ ਚੱਲਦਾ ਰਿਹਾ, ਬਲੌਕ ਅਨਬਲੌਕ ਜੋ ਸੀਗਾ ਨਾ। ਫਿਰ ਮੈਨੂੰ ਇੱਕ ਦਿਨ ਸਾਈਂ ਬਾਬਾ ਜੀ ਦਾ, ਮੈਂ ਤੁਹਾਨੂੰ ਦੱਸਦੀ ਹਾਂ ਕਿ ਸਾਈਂ ਬਾਬਾ ਜੀ ਦੇ ਪੋਸਟ ਮੈਨੂੰ ਪੋਪਅਪ ਹੋਣ ਲੱਗ ਗਏ, ਠੀਕ ਆ। ਮੈਨੂੰ ਪੋਸਟ ਸ਼ੋ ਹੋਇਆ ਕਿ ਮੈਂ ਤੁਹਾਡੇ ਘਰ ਆ ਰਿਹਾ ਬੇਟਾ, ਤੇਰੀਆਂ ਸਾਰੀਆਂ ਪ੍ਰੋਬਲਮਸ ਹੁਣ ਸੋਲਵ ਹੋ ਜਾਣਗੀਆਂ, ਹੈ ਨਾ। ਤਾਂ ਮੈਂ ਜਦੋਂ ਘਰ ਆਈ ਨਾ ਪੀਜੀ ਤੋਂ, ਤਾਂ ਮੈਂ ਦੇਖਿਆ ਸਾਈਂ ਬਾਬਾ ਜੀ ਦਾ ਕੈਲੰਡਰ ਸਾਡੇ ਘਰ ਪਿਆ। ਮੈਂ ਇੱਕ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ, ਹੈ ਨਾ। ਮੈਨੂੰ ਤਾਂ ਮਤਲਬ ਸਾਡੇ ਘਰ ਕੋਈ ਸਾਈਂ ਬਾਬਾ ਜੀ ਬਾਰੇ ਇੰਨੀ ਨੌਲੇਜ ਵੀ ਨਹੀਂ ਸੀ, ਹੈ ਨਾ। ਅਤੇ ਮੈਂ ਘਰ ਆ ਕੇ ਬੈਠੀ ਪਾਣੀ ਪੀਤਾ, ਜਦੋਂ ਮੈਂ ਦੇਖਿਆ ਨਾ ਫੋਟੋ ਤਾਂ ਮੈਂ ਬਹੁਤ ਖੁਸ਼ ਹੋਈ। ਮੈਂ ਘਰਦਿਆਂ ਨੂੰ ਪੁੱਛਿਆ, ਮੈਂ ਭਾਬੀ ਨੂੰ, ਮੈਂ ਕਿਹਾ ਵੀ ਸਾਈਂ ਬਾਬਾ ਜੀ ਦਾ ਕੈਲੰਡਰ ਕੌਣ ਲੈ ਕੇ ਆਇਆ? ਭਾਬੀ ਮੈਨੂੰ ਕਹਿੰਦੇ ਕਿ ਮੈਂ ਲੈ ਕੇ ਆਈ ਹਾਂ। ਮੈਂ ਲੈ ਕੇ ਨਹੀਂ ਆਈ, ਮੈਨੂੰ ਮਿਲਿਆ ਵਾ, ਮੈਂ ਜਿੱਥੇ ਪੜ੍ਹਾਉਂਦੀ ਹਾਂ ਮੈਨੂੰ ਉੱਥੋਂ ਮਿਲਿਆ। ਮੈਂ ਦੱਸਿਆ ਉਹਨਾਂ ਨੂੰ, ਮੈਂ ਕਿਹਾ ਇੱਦਾਂ ਕਰਕੇ ਹੋਇਆ ਮੇਰੇ ਨਾ ਵੀ ਹੁਣ ਤੇਰੀਆਂ ਸਾਰੀਆਂ ਪ੍ਰੋਬਲਮਸ ਹੱਲ ਹੋ ਜਾਣਗੀਆਂ, ਠੀਕ ਆ। ਚਲੋ ਉਦੋਂ ਬਾਅਦ ਮੈਨੂੰ ਵਧੀਆ ਲੱਗਿਆ, ਮੱਥਾ ਟੇਕਿਆ। ਉਸ ਤੋਂ ਬਾਅਦ ਮੈਂ ਘਰੋਂ ਵਾਪਸ ਮੁੜ ਗਈ ਤਾਂ ਨਿਊ ਫੁੱਲ ਮੂਨ ਦੇ ਅਰਾਊਂਡ ਮੈਨੂੰ ਇੰਨੀ ਕੁ ਜ਼ਿਆਦਾ ਡਿਪਰੈਸ਼ਨ 'ਚ ਚਲੀ ਗਈ। ਮੈਂ ਡਿਪਰੈਸ਼ਨ ਬਹੁਤ ਜ਼ਿਆਦਾ ਹੁੰਦਾ ਸੀ ਮੈਨੂੰ। ਤਾਂ ਮੈਂ ਫਿਰ ਸੋਚਿਆ ਕਿ ਮੈਂ ਸਾਈਂ ਬਾਬਾ ਜੀ ਦੇ ਮੰਦਰ ਜਾਣਾ, ਕਿਉਂਕਿ ਮੈਨੂੰ ਐਸੀ ਵੀ ਨਾ ਤਾਂ ਇਹ ਪਰਸਨ ਆ ਰਿਹਾ ਨਾ ਇਹ ਪਰਸਨ ਜਾ ਰਿਹਾ, ਜਾਂ ਤਾਂ ਇਹ ਚਲਿਆ ਜਾਵੇ ਜਾਂ ਇਹ ਮਤਲਬ ਆ ਜਾਵੇ, ਠੀਕ ਆ। ਮੈਂ ਬਹੁਤ ਰੋਈ। ਫਿਰ ਮੈਂ ਉਹੀ ਡਿਪਰੈਸ਼ਨ 'ਚ ਮੈਂ ਫਿਰ ਸਿਰ ਮੇਰਾ ਕੰਧ 'ਚ ਮਾਰਿਆ, ਮਤਲਬ ਮੈਂ ਬਹੁਤ ਮਤਲਬ ਅਪਸੈਟ ਪੂਰੀ ਟੋਟਲੀ, ਪਤਾ ਨਹੀਂ ਮੈਨੂੰ ਕੀ ਆਇਆ। ਮੈਂ ਉੱਠੀ, ਤਿਆਰ ਹੋਈ, ਕੱਪੜੇ ਪਾਏ, ਸਾਈਂ ਬਾਬਾ ਜੀ ਦਾ ਮੰਦਰ ਮੈਨੂੰ ਵੀ ਕਾਫੀ ਕਿਲੋਮੀਟਰ ਸੀ, 10-12 ਕਿਲੋਮੀਟਰ 'ਤੇ। ਮੈਂ ਬੱਸ 'ਤੇ ਉੱਥੇ ਚਲੀ ਗਈ ਇਕੱਲੀ ਤੁਰ ਕੇ, ਹੈ ਨਾ। ਉੱਥੋਂ ਵੀ ਕਾਫੀ ਦੂਰ ਸੀ ਉਤਰ ਕੇ। ਤਾਂ ਮੈਂ ਉੱਥੇ ਗਈ, ਹਵਨ ਕਰਾਇਆ, ਮੱਥਾ ਟੇਕਿਆ, ਮੰਦਰ 'ਚ ਬਹਿ ਕੇ ਬਹੁਤ ਰੋਈ, ਠੀਕ ਸਾਈਂ ਬਾਬਾ ਜੀ ਦੇ ਅੱਗੇ, ਠੀਕ ਆ। ਪਰ ਉਸ ਮੰਦਰ ਤੋਂ ਨਿਕਲਣ ਤੋਂ ਬਾਅਦ ਮੈਨੂੰ ਨਹੀਂ ਪਤਾ ਮੈਨੂੰ ਕੀ ਐਨਰਜੀ ਮਿਲੀ। ਉੱਥੇ ਮੈਂ ਹਵਨ ਕਰਾਇਆ ਸੀਗਾ, ਠੀਕ ਆ। ਪੰਡਤ, ਮੈਨੂੰ ਤਾਂ ਪਤਾ ਵੀ ਨਹੀਂ ਸੀ ਵੀ ਹਵਨ ਕਰਾਈ ਦਾ, ਕਿਉਂਕਿ ਮੈਨੂੰ ਨੌਲੇਜ ਨਹੀਂ ਹੈਗੀ, ਹੈ ਨਾ, ਮੈਂ ਮਤਲਬ ਕਿ ਇਹ ਚੀਜ਼ਾਂ ਦੀ। ਤਾਂ ਮੈਨੂੰ ਉੱਥੇ ਉਹਨਾਂ ਨੇ ਕਹਿਤਾ, ਦੁਕਾਨ ਵਾਲਾ, ਸ਼ੌਪ ਵਾਲਾ, ਕਿ ਬੇਟਾ ਤੁਸੀਂ ਹਵਨ ਕਰਵਾ ਕੇ ਜਾਇਓ, ਸਾਰੇ ਕਰਵਾਉਂਦੇ ਆ, ਤੁਸੀਂ ਆਹ ਸਮੱਗਰੀ ਲੈ ਲਓ। ਤਾਂ ਮੈਂ ਸਮੱਗਰੀ ਲੈ ਲਈ, ਠੀਕ ਆ। ਤਾਂ ਮੈਂ ਹਵਨ ਕਰਾਉਣ ਤੋਂ ਬਾਅਦ ਮੈਨੂੰ ਇਹੋ ਜਿਹੀ ਐਨਰਜੀ ਮਿਲੀ, ਮੈਂ ਟੋਟਲੀ ਮਤਲਬ ਚੇਂਜ, ਮੈਨੂੰ ਕੋਈ ਡਿਪਰੈਸ਼ਨ ਨਹੀਂ, ਕੁਛ ਨਹੀਂ, ਮੈਂ ਸਟੇਬਲ। ਮੈਂ ਹਰ ਗੱਲ ਉੱਤੇ ਬੋਲਣਾ ਸਟਾਰਟ ਕਰਤਾ, ਜਿਹੜੀ ਗੱਲ ਉੱਤੇ ਮੈਂ ਬੋਲਦੀ ਨਹੀਂ ਸੀ ਨਾ ਕਿਸੇ ਨੂੰ, ਮੈਂ ਬੋਲਣਾ ਸਟਾਰਟ ਕਰਤਾ। ਮੈਂ ਆਪਣੇ ਉੱਤੇ ਫੋਕਸ ਪੂਰਾ, ਮੈਂ ਆਪਣੇ ਆਪ ਨੂੰ ਪਿਆਰ ਕਰਨਾ, ਇੰਨਾ ਪਿਆਰ ਕਰਨ ਲੱਗ ਗਈ। ਮੈਨੂੰ ਅੱਜ ਕੋਈ ਮੇਰੀ ਚੀਜ਼ ਉੱਤੇ ਸਵਾਲ ਕਰਦੇ ਨਾ, ਕੋਈ ਵੀ ਚੀਜ਼ ਉੱਤੇ, ਤਾਂ ਮੈਂ ਅਗਲੇ ਨੂੰ ਸਿੱਧਾ ਕਹਿ ਦਿੰਦੀ ਹਾਂ, ਮਤਲਬ ਸਿੱਧਾ ਡਾਇਰੈਕਟਲੀ ਜਵਾਬ। ਮੈਨੂੰ ਆਪਣੇ ਨਾਲ ਇੰਨਾ ਪਿਆਰ ਹੋ ਗਿਆ, ਮਤਲਬ ਮੈਨੂੰ ਇਸ ਕਿ ਮੇਰੀ ਫਸਟ ਪ੍ਰਾਇਓਰਟੀ ਮੈਂ ਆ, ਪਹਿਲਾਂ ਮੈਂ ਖੁਦ ਹਾਂ, ਬਾਕੀ ਮੇਰੇ ਲਈ ਬਾਅਦ ਵਿੱਚ। ਮੈਂ ਆਪਣੇ ਲਈ ਇੱਕ ਲਫ਼ਜ਼ ਵੀ ਨਹੀਂ ਸੁਣ ਸਕਦੀ ਕਿਸੇ ਤੋਂ, ਠੀਕ ਆ। ਸਾਈਂ ਬਾਬਾ ਜੀ ਦੀ ਬਹੁਤ ਕਿਰਪਾ ਰਹੀ ਇਸ ਚੀਜ਼ 'ਚ। ਮੈਂ ਐਕਸ਼ਨ ਲੈਣੇ ਸ਼ੁਰੂ ਕਰਤੇ, ਠੀਕ ਆ। ਮੈਨੂੰ ਸੀਗਾ ਕਿ ਜਿੰਨੀ ਮਰਜ਼ੀ ਹੀਲਿੰਗ ਕਰਨ ਦਾ ਕੋਈ ਫਾਇਦਾ ਨਹੀਂ, ਜਦੋਂ ਮੈਂ ਬੋਲ ਹੀ ਨਹੀਂ ਪਾ ਰਹੀ, ਮੈਂ ਗਲਤ ਨੂੰ ਗਲਤੀ ਨਹੀਂ ਕਹਿ ਸਕਦੀ, ਤਾਂ ਕੀ ਫਾਇਦਾ, ਠੀਕ ਆ। ਮੈਂ ਐਕਸ਼ਨ ਲੈਣੇ ਸ਼ੁਰੂ ਕਰਤੇ, ਆਪਣੇ ਉੱਤੇ ਫੋਕਸ ਕਰਨਾ ਸ਼ੁਰੂ ਕਰਤਾ, ਠੀਕ ਆ। ਜਦੋਂ ਦਾ ਮੇਰਾ DM ਮੇਰੀ ਲਾਈਫ 'ਚ ਆਇਆ, ਮੇਰੇ ਬਹੁਤ ਚੇਂਜ ਆਇਆ, ਮੇਰਾ ਵੇਟ ਲੋਸ ਹੋਇਆ PCOD ਦਾ, ਠੀਕ ਆ। ਮੈਂ ਸਿਰਫ ਉਹਨਾਂ ਦੀ ਗੱਲ ਮੰਨੀ ਸੀ 2019 'ਚ ਐਕਸਰਸਾਈਜ਼ ਕਰਨੀ, ਨਹੀਂ ਮੈਂ ਕਿਸੇ ਦੀ ਗੱਲ ਹੀ ਨਹੀਂ ਮੰਨਦੀ, ਮੈਨੂੰ ਕੋਈ ਮਰਜ਼ੀ ਕਹਿ ਦੇ, ਮੈਂ ਕਦੇ ਵੀ ਕਿਸੇ ਦੀ ਗੱਲ ਨਹੀਂ ਮੰਨਦੀ, ਠੀਕ ਆ। ਉਹਨਾਂ ਨੇ ਮੈਨੂੰ ਕਦੇ ਵੀ ਕੋਈ ਗੱਲ ਕਹਿਤੀ, ਮੈਂ ਦੂਜੀ ਵਾਰ ਸਵਾਲ ਹੀ ਨਹੀਂ ਉਠਾਉਂਦੀ ਸੀ ਵੀ ਹਾਂ ਤੁਸੀਂ ਕਿਉਂ ਕਹਿਤਾ, ਠੀਕ ਆ। ਮੈਨੂੰ ਗਾਈਡੈਂਸ ਉਹਨਾਂ ਨੇ ਸ਼ੁਰੂ ਤੋਂ ਹੀ ਬਹੁਤ ਦਿੱਤੀ ਹੈ। ਜਦੋਂ ਮੈਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ, ਹਮੇਸ਼ਾ ਮੈਨੂੰ ਗਾਈਡ ਉਹੀ ਕਰਦੇ ਆ, ਅਤੇ ਮੋਸਟਲੀ ਹੱਲ ਵੀ ਨਿਕਲ ਜਾਂਦਾ ਵਾ, ਠੀਕ ਆ। ਟੱਚ ਵੁੱਡ, ਮਤਲਬ ਮੈਨੂੰ ਇੱਦਾਂ ਲੱਗਦਾ ਕਿ ਉਹ ਮੇਰੇ ਟੀਚਰ ਵੀ ਬਹੁਤ ਵੱਡੇ ਟੀਚਰ ਵੀ ਨੇ ਮੇਰੇ, ਉਹ ਨਾਲ ਮੇਰਾ ਲਾਈਫ ਪਾਰਟਨਰ ਹੋਣ ਦੇ, ਠੀਕ ਆ। ਚਲੋ ਫਿਰ ਕੀ ਹੋਇਆ, ਦਸੰਬਰ ਤੋਂ ਬਾਅਦ ਫਿਰ ਮੈਂ ਸਾਈਂ ਬਾਬਾ ਮੰਦਰ ਗਈ, ਉੱਥੇ ਇੱਦਾਂ ਹੋਇਆ। ਤਾਂ ਉਸ ਤੋਂ ਬਾਅਦ ਮੈਨੂੰ ਕਾਫੀ ਜ਼ਿਆਦਾ ਹੀਲਿੰਗ ਮਿਲੀ। ਦਾ ਮਿਰਰ ਐਕਸਰਸਾਈਜ਼ ਬਹੁਤ ਜ਼ਿਆਦਾ ਕੀਤੀ, ਪਾਠ ਸੁਣਿਆ ਮੈਂ, ਇੰਨੀ ਜ਼ਿਆਦਾ ਮੈਂ ਹੀਲਿੰਗ ਨਹੀਂ ਕੀਤੀ। ਮੈਂ ਚੱਕਰਾਸ ਵਗੈਰਾ ਮੈਂ ਐਵੇਂ ਕਹਾਂ ਮੈਂ ਜ਼ਿਆਦਾ ਕੀਤੇ ਜ਼ਰੂਰ ਆ, ਪਰ ਮੇਰੇ ਚੱਕਰਾਂ ਮੈਨੂੰ ਨਹੀਂ ਪਤਾ ਬਹੁਤ ਜ਼ਿਆਦਾ ਛੇਤੀ ਐਕਟਿਵ ਹੋ ਗਏ, ਮੈਨੂੰ ਪੂਰੇ ਸੁਣਨ ਲੱਗੇ ਸੀ ਘੁੰਮਦੇ ਥੋੜ੍ਹੇ ਟਾਈਮ 'ਚ ਹੀ, ਠੀਕ ਆ। ਮੈਂ ਹੁਣ ਵੀ ਜ਼ਿਆਦਾ ਸਾਈਂ ਬਾਬਾ ਜੀ ਨੂੰ ਹੀ ਮੰਨਦੀ ਹਾਂ, ਠੀਕ ਆ। ਫਿਰ ਕੀ ਆ, ਮੈਂ ਨਾ ਆਪਣੇ ਗਟ ਫੀਲਿੰਗਸ ਨੂੰ ਬਹੁਤ ਜ਼ਿਆਦਾ ਸੁਣਦੀ ਹਾਂ। ਮੈਂ ਇੱਕ ਵਾਰੀ ਮੈਨੂੰ ਇੱਕ ਪੰਡਤ ਨੇ ਕਹਿਤਾ ਸੀਗਾ ਕਿ ਬੇਟਾ ਤੁਸੀਂ ਨਾ ਇੱਦਾਂ ਦਾਨ ਕਰੋ ਚੌਲ, ਅਤੇ ਤੁਹਾਡੀ ਮੈਰਿਜ ਹੋ ਜੂਗੀ। ਤੁਸੀਂ ਯਕੀਨ ਮੰਨੋਗੇ, ਨਹਿਰ ਦੇ ਵਿੱਚ ਮਤਲਬ ਕਿਹਾ ਸੀ ਤਾਰਨ ਲਈ ਪਾਣੀ 'ਚ। ਮੈਂ ਸੋਚਿਆ ਕਿ ਯਾਰ ਪਾਣੀ ਵਿੱਚ ਚੌਲ ਚਲੇ ਗਏ, ਫਿਰ ਤਾਂ ਇਹਦੇ ਨਾਲ ਮਤਲਬ ਮੈਂ ਲੌਜਿਕ ਬਹੁਤ ਲਗਾਉਂਦੀ ਹਾਂ ਚੀਜ਼ਾਂ ਦਾ। ਮੈਂ ਸੋਚਿਆ ਕਿਉਂ ਨਾ ਮੈਂ ਕਿਸੇ ਗਰੀਬ ਨੂੰ ਦਾਨ ਕਰ ਦਾਂ, ਕੀ ਕੀਤਾ ਕਿਸੇ ਦੇ ਘਰ ਰੋਟੀ ਬਣ ਜੇ। ਮੈਂ ਉਹ ਚੌਲ ਖਰੀਦੇ, ਉਨੇ ਦਿਨ ਮੈਂ ਚਿੱਟੇ ਚੌਲ ਮਤਲਬ
ਮੰਦਰ 'ਤੇ ਮੂਹਰੇ ਲੜਕੀਆਂ ਹੁੰਦੀਆਂ ਛੋਟੀਆਂ, ਉਹਨਾਂ ਨੂੰ ਦਿੰਦੀ ਰਹੀ, ਪਰ ਮੈਂ ਪੰਡਤ ਨੂੰ ਨਹੀਂ ਫੋਲੋ ਕੀਤਾ। ਬਿਕੋਜ਼ ਮੈਨੂੰ ਜਿਹੜਾ ਮੇਰਾ ਦਿਲ ਕਹੂਗਾ ਮੈਂ ਉਹੀ ਚੀਜ਼ ਕਰੂੰਗੀ, ਮੈਂ ਫੋਰਸਫੁਲੀ ਨਹੀਂ ਕਰ ਸਕਦੀ। ਮੈਨੂੰ ਲੱਗਿਆ ਮੇਰਾ ਮਿਰਰ ਐਕਸਰਸਾਈਜ਼ ਮੇਰੇ ਲਈ ਬੈਸਟ ਆ, ਤਾਂ ਮੈਂ ਮਿਰਰ ਐਕਸਰਸਾਈਜ਼ ਹੀ ਜ਼ਿਆਦਾ ਕੀਤੀ। ਠੀਕ ਆ, ਹੁਣ ਵੀ ਮੇਰਾ ਪੂਰਾ ਫੋਕਸ ਮੇਰਾ ਇਹ ਆ ਕਿ ਮੈਂ ਫੋਰਨ ਜਾਣਾ ਚਾਹੁੰਦੀ ਹਾਂ। ਮੇਰੀ ਪ੍ਰੈਪਰੇਸ਼ਨ ਚੱਲੀ ਜਾ ਰਹੀ ਹੈ। ਇੱਕ ਮੇਰਾ ਬਹੁਤ ਜ਼ਿਆਦਾ ਟਫ ਐਗਜ਼ਾਮ ਸੀ, ਉਹ ਕਲੀਅਰ ਹੋ ਗਿਆ, ਟੱਚ ਵੁੱਡ। ਮੈਂ ਉਹਨੂੰ ਫਸਟ ਅਟੈਂਪਟ ਦੇ ਵਿੱਚ ਹੀ ਕਲੀਅਰ ਕਰ ਲਿਆ। ਮੇਰੀ PCOD ਦੀ ਪ੍ਰੋਬਲਮ ਵੀ ਸੋਲਵ ਹੋ ਗਈ। ਤੁਸੀਂ ਯਕੀਨ ਮੰਨੋਗੇ, ਮੈਂ PG ਰਹਿੰਦੀ ਸੀ, ਮੈਨੂੰ ਇਕੱਲੇ ਰਹਿਣਾ ਇੰਨਾ ਜ਼ਿਆਦਾ ਪਸੰਦ ਸੀ, ਮੈਂ ਕਿਸੇ ਦੇ ਨਾਲ ਨਹੀਂ ਰਹਿ ਸਕਦੀ ਸੀ। ਮੈਨੂੰ ਡਿਸਟਰਬੈਂਸ ਨਹੀਂ ਪਸੰਦ ਸੀ। ਮੈਂ ਬਹੁਤ ਹੋਰ ਨੇਚਰ ਸੀਗਾ, ਮੈਨੂੰ ਇਕੱਲੇ ਰਹਿਣਾ ਕਿਸੇ ਦੇ ਇੰਟਰਫੇਅਰੈਂਸ, ਇਹ ਚੀਜ਼ਾਂ ਮੈਨੂੰ ਸ਼ੁਰੂ ਤੋਂ ਬਹੁਤ ਹੇਟ ਸੀਗੀ। ਹੁਣ ਮੈਂ ਫੈਮਿਲੀ 'ਚ ਰਹਿ ਰਹੀ ਹਾਂ ਬਿਕੋਜ਼ ਆਫ ਮੇਰੇ DM। ਉਹਨਾਂ ਨੇ ਮੈਨੂੰ ਇੰਨੀ ਗਾਈਡੈਂਸ ਦਿੱਤੀ ਕਿ ਲਾਈਫ ਇੱਦਾਂ ਨਹੀਂ ਹੁੰਦੀ, ਸਾਰੀ ਜ਼ਿੰਦਗੀ ਤੂੰ PG 'ਚ ਨਹੀਂ ਕੱਢ ਸਕਦੀ, ਫੈਮਿਲੀ ਕੀ ਹੁੰਦੀ ਆ ਉਹਨਾਂ ਨੇ ਮੈਨੂੰ ਦੱਸਿਆ। ਅੱਜ ਮੈਂ ਆਪਣੀ ਫੈਮਿਲੀ 'ਚ ਰਹਿੰਦੀ ਹਾਂ, ਘਰ ਕੰਮ ਵੀ ਕਰਾਉਣੀ ਹੈ ਜਿਹੜੀ ਮੈਂ ਨਹੀਂ ਕਰਵਾ ਸਕਦੀ ਸੀ। ਠੀਕ ਆ, ਮੈਂ ਹਰੇਕ ਸਿਚੁਏਸ਼ਨ ਨੂੰ ਸਮਝ ਸਕਦੀ ਹਾਂ ਉਹਨਾਂ ਦੀ ਬਦੌਲਤ। ਬਹੁਤ ਜ਼ਿਆਦਾ ਸਮਝਾਉਂਦੇ ਆ, ਕਈ ਵਾਰੀ ਪਾਪਾ ਨਾਲ ਲੜਾਈ ਹੋ ਜਾਏ ਤਾਂ ਉਹ ਮੈਨੂੰ ਸਮਝਾਉਂਦੇ ਆ ਕਿ ਨਹੀਂ ਤੂੰ ਨਹੀਂ ਬੋਲਣਾ। ਹਰੇਕ ਸਿਚੁਏਸ਼ਨ 'ਚ ਯਾਰ ਮੈਨੂੰ ਉਹ ਗਾਈਡ ਕਰਦੇ ਆ, ਬਹੁਤ ਜ਼ਿਆਦਾ ਗਾਈਡ ਕਰਦੇ ਆ ਮੈਨੂੰ। ਨਿੱਕੀ ਤੋਂ ਨਿੱਕੀ ਚੀਜ਼ ਦਾ ਖਿਆਲ ਰੱਖਦੇ ਆ ਮੈਂ ਪਿੱਛੇ ਬਿਮਾਰ ਸੀ 2-3 ਦਿਨ ਪਹਿਲਾਂ, ਤਾਂ ਉਹਨਾਂ ਨੇ ਲੱਗਿਆ ਕਿ ਘਰ ਆਈ ਹੈਗੀ, ਕਦੇ ਕੰਮ ਨਹੀਂ ਕੀਤਾ ਸੀ, ਮੰਮਾ ਨੇ ਕਦੇ ਕੰਮ ਨਹੀਂ ਲਾਇਆ ਸੀ। ਮੇਰੇ ਮੰਮਾ ਦੀ ਡੈਥ ਹੋ ਗਈ ਹੈ ਨਾ, ਤਾਂ ਮੈਨੂੰ ਮਲਟੀਵਿਟਾਮਿਨਸ ਔਡਰ ਕਰਕੇ ਦਿੱਤੇ, ਅਤੇ ਮੈਨੂੰ ਅੱਜ ਘਰ ਫੜਾ ਕੇ ਘਰ ਅੱਜ ਕੋਈ ਵੀ ਹੈ ਨਹੀਂ ਸੀ ਸਾਡੇ, ਇੰਨਾ ਥੋੜ੍ਹੇ ਦੂਰੀ 'ਤੇ ਹੀ ਉਹਨਾਂ ਦਾ ਘਰ 3-4 ਕਿਲੋਮੀਟਰ। ਤਾਂ ਮੈਨੂੰ ਘਰ ਆ ਕੇ ਰਾਹ ਦੇ ਵਿੱਚ ਇੱਦਾਂ ਲਿਫਾਫਾ ਉੱਥੇ ਰੱਖ ਕੇ ਅਤੇ ਮੈਂ ਚੱਕ ਲੈ ਆਈ। ਅਤੇ ਵਿੱਚ ਉਹਨਾਂ ਨੇ ਇਹ ਵੀ ਦੇਖ ਲਿਆ ਸੀ ਕਿ ਮੇਰੇ ਫ਼ੋਨ ਦਾ ਕਵਰ ਬਹੁਤ ਪੁਰਾਣਾ ਹੋ ਗਿਆ, ਪਤਾ ਨਹੀਂ ਆਪੇ ਹੀ ਕਿ ਔਡਰ ਕਰਕੇ ਉਹ ਵੀ ਸੀਗਾ ਵਿੱਚ ਮਲਟੀਵਿਟਾਮਿਨ ਸੀ। ਅਤੇ ਮੈਨੂੰ ਫ਼ੋਨ ਆਇਆ, ਕਹਿੰਦੇ ਘਰ ਦੇ ਬਾਹਰਲੀ ਸਾਈਡ ਨਾ ਮੈਂ ਲਿਫਾਫਾ ਰੱਖ ਕੇ ਗਿਆ ਅਤੇ ਲਿਫਾਫਾ ਚੱਕ ਲਈ। ਜਦੋਂ ਮੈਂ ਦੇਖਿਆ ਜਾ ਕੇ ਉਹਦੇ ਵਿੱਚ ਮਲਟੀਵਿਟਾਮਿਨਸ, ਮੈਂ ਕਿਹਾ ਇਹ ਕੀ ਆ? ਕਹਿੰਦੇ ਤੇਰੀਆਂ ਲੱਤਾਂ ਦੁਖਦੀਆਂ ਸੀ ਕਿੰਨੇ ਦਿਨ ਦੀਆਂ। ਮੈਂ ਸੋਚਿਆ ਕਿ ਵੀਕਨੈਸ ਹੋ ਗਈ ਤੈਨੂੰ, ਵੀ ਸਹੀ ਨਹੀਂ, ਕਿਉਂਕਿ ਮੇਰੇ ਪੀਰੀਅਡਸ 'ਚ ਪ੍ਰੋਬਲਮ ਆ ਨਾ, ਤਾਂ ਮੈਨੂੰ ਹਰ ਇੱਕ ਚੀਜ਼ ਦੀ ਹੁਣ ਮੈਂ ਕਲਾਸਿਸ ਲਗਾਉਂਦੀ ਸੀ ਐਗਜ਼ਾਮ ਦੇਣ ਦੀਆਂ, ਤਾਂ ਮੈਨੂੰ ਖੁਦ ਹੀ ਛੱਡ ਕੇ ਆਉਂਦੇ ਸੀ, ਖੁਦ ਹੀ ਲੈ ਕੇ ਆਉਂਦੇ ਸੀ। ਜੇ ਮੈਂ ਕਿਤੇ ਵੀ ਜਾਣਾ ਵਾ ਲੁਧਿਆਣੇ ਕੋਈ ਕੰਮ ਜਾਣਾ, ਕਿਤੇ ਵੀ ਜਾਣਾ, ਉਹਨਾਂ ਟਾਈਮ ਫ਼ੋਨ ਕਰੀ ਜਾਣਾ, ਤੂੰ ਸਹੀ ਆ ਨਾ। ਉਹਨਾਂ ਨੂੰ ਐਂ ਹੁੰਦਾ ਵੀ ਸਹੀ ਬੰਦਾ ਮਿਲ ਗਿਆ, ਸਹੀ ਕੰਮ ਹੋ ਗਿਆ। ਅਬਲਾ ਤਾਂ ਕਹਿਣਗੇ ਮੈਂ ਨਾਲ ਚੱਲੂ, ਤੂੰ ਨਹੀਂ। ਕੱਲ੍ਹ ਵੀ ਮੈਨੂੰ ਕਹਿੰਦੇ ਸੀ ਕਿ ਵਾਪਸ ਮੈਂ ਲੈ ਕੇ ਆਊਂਗਾ, ਤੂੰ ਨਹੀਂ। ਅਤੇ ਫਿਰ ਉਹਨਾਂ ਨੂੰ ਕੋਈ ਕੰਮ ਪੈ ਗਿਆ। ਮੈਂ ਉਹਨਾਂ ਨੂੰ ਦੱਸਿਆ ਹੋਇਆ ਕਿ ਆਪਾਂ ਟਵਿਨ ਫਲੇਮ ਜਰਨੀ ਦਾ ਪਾਰਟ ਆ, ਅਤੇ ਉਹ ਮੰਨਦੇ ਆ, ਬਹੁਤ ਮੰਨਦੇ ਆ, ਇਸ ਚੀਜ਼ ਨੂੰ ਬਿਲੀਵ ਕਰਦੇ ਆ। ਸੰਡੇ ਉਹ ਜਾਂਦੇ ਆ ਗੁਰਦੁਆਰੇ ਮੱਥਾ ਟੇਕਣ, ਜੋ ਕਦੇ ਨਹੀਂ ਜਾਂਦੇ ਸੀ। ਸੰਡੇ ਹੁਣ ਉਹ 4 ਵਜੇ ਉੱਠਦੇ ਆ। 4 ਵਜੇ ਉੱਠ ਕੇ ਸਾਡੇ ਪਿੰਡ ਤੋਂ ਕਾਫੀ ਦੂਰ ਇੱਕ ਗੁਰਦੁਆਰਾ ਸਾਹਿਬ ਆ, 10ਵੇਂ ਗੁਰੂ ਗੋਬਿੰਦ ਸਿੰਘ ਜੀ ਦਾ, ਆਲਮਗੀਰ ਸਾਹਿਬ, ਠੀਕ ਆ, ਬਣਿਆ ਹੋਇਆ ਵਾ। ਉਹ ਉੱਥੇ ਬਹੁਤ ਮਾਨਤਾ ਹੁੰਦੀ ਆ, ਉੱਥੇ ਸੁਬਾਹ 4 ਵਜੇ ਹਰ ਸੰਡੇ ਉਹ ਜਾਂਦੇ ਆ। ਠੀਕ ਆ, ਕਿ ਸਾਡੀ ਮੈਰਿਜ ਹੋ ਜੇ ਹੁਣ। ਫਿਰ ਉਸ ਤੋਂ ਬਾਅਦ ਹੋਰ ਕੀ ਆ, ਘਰ ਵੀ ਕੰਮ ਕਰਵਾਉਣ ਲੱਗ ਗਏ। ਜਿਹੜੀ ਗੱਲ ਮੈਂ ਕਹਿੰਦੀ ਹਾਂ ਸੁਣਦੇ ਆ, ਅਤੇ ਮੈਂ ਹੁਣ ਵੀ ਜਿਹੜੀ ਗੱਲ ਗਲਤ ਆ ਮੈਂ ਉਹਨਾਂ ਨੂੰ ਕਹਿੰਦੀ ਹਾਂ ਇਹ ਗਲਤ ਆ, ਚਾਹੇ ਉਹ ਗੁੱਸੇ ਹੋ ਜਾਣ, ਆਪੇ ਸਹੀ ਹੋ ਜਾਂਦੇ ਆ। ਉਹਨਾਂ ਦੀ ਸਾਰੀ ਫੈਮਿਲੀ ਮੇਰੇ ਨਾਲ ਗੱਲ ਕਰਦੀ ਆ, ਮੰਮਾ ਉਹਨਾਂ ਦੇ ਮੈਨੂੰ ਬਹੁਤ ਪਿਆਰ ਕਰਦੇ ਆ, ਮੇਰੇ ਨਾਲ ਗੱਲ ਕਰਦੇ ਆ। ਠੀਕ ਆ, ਉਹਨਾਂ ਨੂੰ ਇੰਨੀ ਕਾਹਲੀ ਆ ਮੇਰੀ ਮੈਰਿਜ ਦੀ, ਬਹੁਤ ਹੀ ਜ਼ਿਆਦਾ। ਅਤੇ ਮੇਰੇ ਪ੍ਰੀ ਵੈਡਿੰਗ ਸ਼ੂਟ ਜਿੱਦਾਂ ਮੈਂ ਸੋਚਦੀ ਸੀ ਛੋਟੀ ਹੁੰਦੀ, ਮੈਂ ਇੱਦਾਂ ਉਹ ਮੇਰੀਆਂ ਡਰੈਸਿਸ ਸਾਰਾ ਕੁਛ ਮੈਂ ਨਹੀਂ ਸਿਲੈਕਟ ਕਰ ਰਹੀ, ਉਹੀ ਸਿਲੈਕਟ ਕਰ ਰਹੇ ਆ ਸਾਰਾ ਕੁਛ। ਉਹ ਮੈਨੂੰ ਕਹਿੰਦੇ ਕਿ ਮੈਰਿਜ ਵਾਲੇ ਦਿਨ ਵੀ ਜਦੋਂ ਆਪਾਂ ਤਿਆਰ ਹੋਣਾ ਵਾ ਇੱਕੋ ਹੀ ਪਾਰਲਰ ਤੋਂ। ਮੈਂ ਛੋਟੀ ਹੁੰਦੀ ਇੱਕ ਪਾਰਲਰ ਸੀਗਾ ਸਾਡੇ ਨਜ਼ਦੀਕ, ਬਹੁਤ ਹੀ ਜ਼ਿਆਦਾ ਫੇਮਸ ਆ ਅਤੇ ਬਹੁਤ ਹੀ ਜ਼ਿਆਦਾ ਐਕਸਪੈਂਸਿਵ ਆ। ਹੁਣ ਇਸ ਟਾਈਮ 'ਤੇ ਮੇਰੀ ਫੈਮਿਲੀ ਮੈਨੂੰ ਅਫੋਰਡ ਨਹੀਂ ਕਰ ਪਾਊਗੀ ਇੰਨਾ ਜ਼ਿਆਦਾ। ਤਾਂ ਮੈਂ ਉਹਨਾਂ ਨੂੰ ਇੱਕ ਦਿਨ ਵੈਸੇ ਹੀ ਕਹਿ ਤਾ ਸੀਗਾ ਕਿ ਮੇਰਾ ਇੱਕ ਸੁਪਨਾ ਸੀਗਾ ਵੀ ਮੈਂ ਉੱਥੋਂ ਤਿਆਰ ਹੋਵਾਂ, ਵੀ ਹੁਣ ਮੇਰੇ ਕੋਲ ਪੈਸੇ ਹੈ ਤਾਂ ਹੈਗੇ ਨੇ, ਕਿਉਂਕਿ ਮੈਂ ਕਿਹਾ ਮੇਰੇ ਕੋਲ ਓਨੇ ਨਹੀਂ ਹੈਗੇ ਵੀ ਮੈਂ ਉੱਥੋਂ ਤਿਆਰ ਹੋ ਜਾ। ਮੈਨੂੰ ਕਹਿੰਦੇ ਤਿਆਰ ਤਾਂ ਹੁਣ ਤੂੰ ਉੱਥੋਂ ਹੀ ਹੋਏਗੀ, ਜੋ ਮਰਜ਼ੀ ਹੋ ਜੇ, ਤੇਰੇ ਕੋਲ ਕਹਿੰਦੇ ਜਿੰਨੇ ਹੈਗੇ ਠੀਕ ਆ, ਬਾਕੀ ਤੈਨੂੰ ਮੈਂ ਦਊਂਗਾ, ਪਰ ਤੂੰ ਤਿਆਰ ਉੱਥੋਂ ਹੀ ਹੋਏਗੀ। ਤੇਰਾ ਹਰ ਇੱਕ ਸੁਪਨਾ ਜਿਹੜਾ ਤੂੰ ਮੈਰਿਜ ਨੂੰ ਲੈ ਕੇ ਦੇਖਿਆ, ਹਰ ਇੱਕ ਪੂਰਾ ਹੋ। ਮੈਨੂੰ ਵੈਸਟਰਨ ਡਰੈਸਿਸ ਦਾ ਬਹੁਤ ਜ਼ਿਆਦਾ ਸ਼ੌਂਕ ਆ, ਅਤੇ ਮੈਨੂੰ ਆ ਕਿ ਮੈਂ ਆਪਣਾ ਫੋਟੋਸ਼ੂਟ ਵੈਸਟਰਨ ਡਰੈਸਿਸ 'ਚ ਕਰਵਾਉਣਾ ਹੈ ਨਾ। ਤਾਂ ਮੇਰੀਆਂ ਸਾਰੀਆਂ ਡਰੈਸਿਸ ਮੇਰੇ DM ਸਿਲੈਕਟ ਕਰ ਰਹੇ ਆ। ਠੀਕ ਆ, ਕਿਉਂਕਿ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸ਼ੌਂਕ ਹੈ ਇਹਨਾਂ ਚੀਜ਼ਾਂ ਦਾ। ਠੀਕ ਆ, ਉਹ ਬਹੁਤ ਜ਼ਿਆਦਾ ਅਟਰੈਕਟਿਵ ਆ, ਜਿਮ ਬਹੁਤ ਜ਼ਿਆਦਾ ਜਾਂਦੇ ਆ, ਅਤੇ ਬਹੁਤ ਹੀ ਜ਼ਿਆਦਾ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਸ਼ੌਂਕ ਆ।
ठीक है। तो मैं बहुत ज़्यादा हैप्पी हाँ कि मैनू इदां दा लाइफ पार्टनर मिल रहा जो मैं ड्रीम सीगा मेरा एक। तो ये सिर्फ साईं बाबा जी तो विशाली दीदी के कारण होया, क्योंकि मैं एक्शन लेने शुरू किए, मैं हील किया, मैं चीज़ों समझिया। ठीक है। मैंने एक चीज़ मेरी शायद लाइफ च कदे भी ना बुरी हो कि मैं मैं अपनी मम्मा नू खोलिया। फिर मैनू इदा सीगा कि मेरी मैरिज मेरे मम्मा देखण, तो मेरी मैरिज हुण इस ईयर के एंड तक मतलब कि हो जूगी। ठीक है। मतलब मेरे घरे मैं गल की है, पर मेरे घरदे ने हले कुछ रिस्पॉन्स नहीं दिता, बट उधरों सारा कुछ रेडी है, पर होप्सो मैनू जवाब भी नहीं दिता घरदे ने। पर मैं घरे कहता कि मैं उत्थे ही मैरिज करवानी है, मैं किसी होर नाल मैरिज नहीं करवानी हैगी। थैंक यू विशाली दीदी, थैंक यू साईं बाबा। मैं ना हुण वीरवार के फास्ट रखने शुरू करने आ। तो ये खुशी वाली गल ये है कि मेरे ना अज जो मैं वरत कथा पढ़ रही सी, तो मैं अपने DM नूं दस्सिया कि मैं साईं बाबा जी की बुक पढ़ रही हाँ, तो मैनू संधूर चाहिए। तो उन्होंने मैनू कहा कि कोई गल नहीं, संधूर तेनों मैं लिया के दूँगा, तू नहीं लैना हैगा, तू वरत रख। नाले वो जट्टां दे मुंडे आ, मतलब जट्टां दे मुंडे मतलब कि नहीं इन्हां चीज़ां 'च यकीन करते, क्योंकि वो भी गुरुद्वारा साहब नूं मनदे आ। तो वो मेरे नाल फास्ट रखणगे, होप्सो कि वो मेरे नाल ही फास्ट रखणगे साईं बाबा जी दे। थैंक यू साईं बाबा जी, तुसी मेरे लिए बहुत कुछ हो। ठीक है। तो विशाली दीदी तुसी तो मतलब मेरे लिए गॉड ही हो। मैं तो चाहनी हाँ तुहाडे मैरिज तुहाडे DM ना छेती हो जान, तो जिहड़ियां तुहाडी लाइफ च कोई भी प्रॉब्लम आ वाहिगुरू उहनूं छेती तो छेती वो कर दे। तो मेरी फाइल भी आई थिंक मैं लॉन्च कर दूँगी फॉरन दी, थोड़े टाइम तक असीं दोनों इकट्ठे ही फाइल लगाउणी आ बाहर दी। ठीक है। थैंक यू बाबा जी, तुसी मेरे सारे सुपने पूरे करते। जे मैं तुहानूं कदे भी कोई शिकायत की उहदे लई सॉरी, पर मैनूं नहीं पता सी इन्ना कुछ वधिया मिलूगा। थैंक यू सो मच। तो सारे अपनी जर्नी उत्ते ध्यान दो, अपनी जर्नी ऑबजर्व करो, किसी नूं ना सुनो, सिर्फ अपने दिल की सुनो। थैंक यू सो मच। आई होप कि मेरी ये स्टोरी तुहानूं मोटिवेट करे।